ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਹੈ ਰੁਪਿੰਦਰ ਕੌਰ। ਤੁਹਾਡਾ ਸਵਾਗਤ ਹੈ ਮੇਰੇ YouTube ਚੈਨਲ ਤੇ ਜਿਹਦਾ ਨਾਮ ਹੈ RP IELTS। ਇਹ ਚੈਨਲ ਹੈਲਪ ਕਰਦਾ ਹੈ IELTS ਦੇ ਸਟੂਡੈਂਟਸ ਨੂੰ ਤਾਂ ਕਿ ਉਹ ਆਪਦਾ ਡਿਜ਼ਾਇਰਡ ਜਿਹੜਾ ਬੈਂਡ ਸਕੋਰ ਹੈਗਾ ਉਹ ਲੈ ਸਕਣ, ਜਾਂ ਜਿਹੜੇ ਸਟਰਗਲ ਕਰ ਰਹੇ ਆ ਇੰਪਰੂਵ ਕਰਨ ਲਈ ਉਹ ਇੰਪਰੂਵ ਕਰ ਸਕਣ। ਸੋ ਅੱਜ ਦੀ ਜਿਹੜੀ ਵੀਡੀਓ ਹੈਗੀ ਹੈ ਉਹ ਹੈਗੀ ਹੈ ਜੀ, ਤੁਸੀਂ ਕਿੱਦਾਂ ਘਰੇ ਬੈਠ ਕੇ ਕਰੈਕ ਕਰ ਸਕਦੇ ਹੋ IELTS ਨੂੰ ਬਿਨਾਂ ਕਿਸੇ ਕੋਚਿੰਗ ਸੈਂਟਰ ਦੇ ਜਾਏ, ਬਿਨਾਂ ਖਰਚਾ ਕੀਤੇ, ਬਿਨਾਂ ਪੈਸੇ ਵੇਸਟ ਕੀਤੇ। ਕਿਉਂਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਜਿਹੜੇ ਕੋਚਿੰਗ ਸੈਂਟਰਸ ਇਸ ਵੇਲੇ ਪੰਜਾਬ ਦੇ ਵਿੱਚ ਹੈਗੇ ਆ ਉਹ ਤੁਹਾਡੇ ਤੋਂ 15,000 20,000 ਮਹੀਨੇ ਦਾ ਲੈਂਦੇ ਆ, ਠੀਕ ਹੈ। ਸੋ ਤੁਸੀਂ ਉਹ ਪੈਸਾ ਬਚਾ ਸਕਦੇ ਹੋ ਅਤੇ ਘਰੇ ਪ੍ਰਿਪੇਅਰ ਕਰ ਸਕਦੇ ਹੋ। ਅਤੇ ਨਾਲੇ ਤੁਹਾਨੂੰ ਪਤਾ ਹੈ ਅੱਜ ਕੱਲ੍ਹ ਪੈਂਡੇਮਿਕ ਚੱਲ ਰਿਹਾ ਹੈ, ਲੋਕਡਾਊਨ ਹੈ, ਤੁਸੀਂ ਇੰਸਟੀਟਿਊਟਸ ਜਾ ਨਹੀਂ ਸਕਦੇ। ਸੋ ਆ ਜਿਹੜਾ ਟਾਈਮ ਹੈ ਇਹਨੂੰ ਯੂਟੀਲਾਈਜ਼ ਕਰੋ। ਅਤੇ ਇਹ ਵੀਡੀਓ ਹੈਗੀ ਆ ਕਿ ਇਹ ਦੱਸਣ ਲਈ ਕਿ ਤੁਸੀਂ ਕਿੱਦਾਂ ਉਸ ਟਾਈਮ ਨੂੰ ਯੂਟੀਲਾਈਜ਼ ਕਰ ਸਕਦੇ ਹੋ। ਸੋ ਪਹਿਲਾਂ ਮੈਂ ਤੁਹਾਨੂੰ ਦੱਸਾਂਗੀ ਕਿ ਕੀ ਫਾਇਦੇ ਹੋਣਗੇ ਕਿ ਅਗਰ ਤੁਸੀਂ ਘਰੇ ਬੈਠ ਕੇ ਪੜ੍ਹੋਗੇ। ਸਭ ਤੋਂ ਪਹਿਲਾ ਅਤੇ ਵੱਡਾ ਫਾਇਦਾ ਇਹ ਹੈ ਕਿ ਤੁਸੀਂ ਆਪਦਾ ਪੈਸਾ ਬਚਾ ਸਕਦੇ ਹੋ। ਦੂਜੀ ਗੱਲ ਇਹ ਕਿ ਤੁਸੀਂ ਆਪਦਾ ਟਾਈਮ ਵੀ ਬਚਾ ਸਕਦੇ ਹੋ, ਕਿਉਂਕਿ ਤੁਹਾਨੂੰ ਪਤਾ ਹੈ ਜਿਹੜੇ ਪਿੰਡਾਂ 'ਚ ਰਹਿੰਦੇ ਆ ਉਹਨਾਂ ਨੂੰ ਸ਼ਹਿਰਾਂ ਵਿੱਚ ਜਾ ਕੇ ਪੜ੍ਹਨਾ ਪੈਂਦਾ ਹੈ। ਸੋ ਉਹ ਜਿਹੜਾ ਕਮਿਊਟੇਸ਼ਨ ਦਾ ਟਾਈਮ ਹੈ, ਆਉਣ ਜਾਣ ਦਾ ਟਾਈਮ ਹੈ, ਉਹ ਤੁਹਾਡਾ ਬਚ ਸਕਦਾ ਹੈ। ਦੈਨ ਯੂ ਕੈਨ ਸੇਵ ਯੂਰ ਹੈਜ਼ਲ ਐਜ਼ ਵੈਲ, ਜਿਹੜੇ ਕਿ ਮਤਲਬ ਤੁਹਾਨੂੰ ਹਾਰਡ ਵਰਕ ਕਰਨਾ ਪੈਂਦਾ ਹੈ, ਇੱਧਰ ਉੱਧਰ ਜਾਂਦੇ ਹੋ, ਗਰਮੀ ਦੇ ਟਾਈਮ 'ਚ ਤੁਹਾਨੂੰ ਟਰੈਵਲ ਕਰਨਾ ਪੈਂਦਾ ਹੈ, ਉਹ ਸਾਰਾ ਸੇਵ ਹੋ ਸਕਦਾ ਹੈ। ਬਟ ਕੁਛ ਚੀਜ਼ਾਂ ਹੈ ਜਿਹੜੀਆਂ ਤੁਹਾਨੂੰ ਚਾਹੀਦੀਆਂ ਹੋਣਗੀਆਂ। ਪਹਿਲੀ ਹੈਗੀ ਐਪਰੋਪ੍ਰੀਏਟ ਲਰਨਿੰਗ ਐਨਵਾਇਰਨਮੈਂਟ ਐਟ ਹੋਮ। ਘਰੇ ਤੁਹਾਨੂੰ ਮਾਹੌਲ ਚਾਹੀਦਾ ਪੜ੍ਹਨ ਵਾਸਤੇ, ਠੀਕ ਹੈ। ਸ਼ਾਂਤੀ ਹੋਣੀ ਚਾਹੀਦੀ ਹੈ, ਜ਼ਿਆਦਾ ਕਮੋਸ਼ਨ ਰੌਲਾ ਰੱਪਾ ਨਹੀਂ ਹੋਣਾ ਚਾਹੀਦਾ, ਠੀਕ ਹੈ। ਤਾਂ ਤੁਹਾਨੂੰ ਘੱਟ ਤੋਂ ਘੱਟ 5 ਤੋਂ 6 ਘੰਟੇ ਚਾਹੀਦੇ ਆ ਜਿਹਦੇ ਵਿੱਚ ਕਿ ਤੁਸੀਂ ਤੁਹਾਡਾ ਆਪਦਾ ਇੱਕ ਅਲੱਗ ਤੋਂ ਰੂਮ ਹੋਵੇ ਘਰ 'ਚ, ਜਾਂ ਅਲੱਗ ਤੋਂ ਜਗ੍ਹਾ ਹੋਵੇ ਜਿੱਥੇ ਤੁਹਾਨੂੰ ਘਰ ਦੇ ਜਿਹੜੇ ਫੈਮਿਲੀ ਮੈਂਬਰਸ ਆ ਉਹ ਪਰੇਸ਼ਾਨ ਨਾ ਕਰਨ। ਫਿਰ ਦੂਜੀ ਚੀਜ਼ ਜਿਹੜਾ ਹੈਗਾ, ਅਗਰ ਤੁਸੀਂ ਘਰੇ ਬੈਠ ਕੇ ਕਰਨਾ ਚਾਹੁੰਦੇ ਹੋ ਤਾਂ ਤੁਹਾਡਾ ਕੁਛ ਲੈਵਲ ਗ੍ਰਾਮਰ ਦਾ ਹੋਣਾ ਚਾਹੀਦਾ ਹੈ। ਗ੍ਰਾਮਰ ਬਿਲਕੁਲ ਹੀ ਵੀਕ ਨਹੀਂ ਹੋਣੀ ਚਾਹੀਦੀ। ਅਗਰ ਤੁਹਾਡੀ ਗ੍ਰਾਮਰ ਵੀਕ ਆ ਤਾਂ ਪਹਿਲਾਂ ਗ੍ਰਾਮਰ 'ਤੇ ਵਰਕ ਕਰੋ, ਕਿਉਂਕਿ ਜੇ ਤੁਹਾਡੀ ਗ੍ਰਾਮਰ ਸਟਰੋਂਗ ਹੋ ਜਾਂਦੀ ਹੈ 1 ਮਹੀਨੇ 'ਚ 2 ਮਹੀਨੇ 'ਚ ਤਾਂ ਤੁਸੀਂ IELTS ਬਹੁਤ ਈਜ਼ੀਲੀ ਕਰ ਲਓਗੇ। ਤੁਸੀਂ ਦੇਖਿਆ ਹੋਣਾ ਕਿ ਜਿਹੜੇ ਕੌਨਵੈਂਟ ਸਕੂਲਾਂ ਤੋਂ ਬੱਚੇ ਪੜ੍ਹੇ ਹੁੰਦੇ ਆ ਉਹ ਬਹੁਤ ਛੇਤੀ IELTS ਕਲੀਅਰ ਕਰ ਲੈਂਦੇ, 1 ਮਹੀਨੇ 'ਚ ਜਾਂ 1.5 ਮਹੀਨੇ 'ਚ IELTS ਕਰ ਲੈਂਦੇ ਆ। ਕਿਉਂ? ਕਿਉਂਕਿ ਉਹਨਾਂ ਦੀ ਗ੍ਰਾਮਰ ਜਿਹੜਾ ਉਹਨਾਂ ਦਾ ਬੇਸ ਜਿਹੜਾ ਉਹ ਸਟਰੋਂਗ ਹੈ, ਰਾਈਟ। ਜਾਂ ਤੁਸੀਂ 4 ਮਹੀਨੇ IELTS 'ਤੇ ਲਾਉਣ ਦੀ ਬਜਾਏ ਤੁਸੀਂ ਪਹਿਲੇ 2 ਮਹੀਨੇ ਗ੍ਰਾਮਰ 'ਤੇ ਲਾਓ, ਆਪਦੀ ਸਟਰੋਂਗ ਕਰੋ, ਠੀਕ ਹੈ। ਫਿਰ ਉਸ ਤੋਂ ਬਾਅਦ ਤੁਸੀਂ IELTS ਦੇ ਵਿੱਚ ਆਓ। ਫਿਰ ਤੁਸੀਂ IELTS ਦੇ ਵਿੱਚ 1-1.5 ਮਹੀਨੇ 'ਚ ਹੀ ਤੁਸੀਂ IELTS ਦੇ 6 ਈਚ ਲੈ ਸਕਦੇ ਹੋ, ਜਾਂ ਜੋ ਵੀ ਤੁਹਾਨੂੰ ਚਾਹੀਦਾ ਬੈਂਡ ਸਕੋਰ ਉਹ ਤੁਸੀਂ ਲੈ ਸਕਦੇ ਹੋ, ਰਾਈਟ। ਤਾਂ ਜੇ ਤੁਸੀਂ ਘਰੇ ਪੜ੍ਹਨਾ ਤਾਂ ਤੁਹਾਡੀ ਗ੍ਰਾਮਰ ਦਾ ਥੋੜ੍ਹਾ ਬਹੁਤ ਲੈਵਲ ਹੋਣਾ ਚਾਹੀਦਾ ਹੈ, ਰਾਈਟ। ਨਹੀਂ ਤਾਂ ਤੁਹਾਨੂੰ ਇੱਕ ਟੀਚਰ ਚਾਹੀਦਾ ਜਿਹੜਾ ਕਿ ਤੁਹਾਡੀ ਗ੍ਰਾਮਰ ਨੂੰ ਇੰਪਰੂਵ ਕਰ ਸਕੇ ਨਾਲ ਦੀ ਨਾਲ। ਦੈਨ ਬੇਸਿਕ ਅੰਡਰਸਟੈਂਡਿੰਗ ਇੰਗਲਿਸ਼ ਦੀ ਜ਼ਰੂਰ ਹੋਣੀ ਚਾਹੀਦੀ ਹੈ। ਉਹੀ ਗ੍ਰਾਮਰ ਵਾਲੀ ਗੱਲ, ਜੋ ਵੀ ਤੁਸੀਂ ਪੜ੍ਹ ਰਹੇ ਹੋ ਤੁਹਾਨੂੰ ਸਮਝ ਆਉਣਾ ਚਾਹੀਦਾ ਵੀ ਇਹ ਲਿਖਿਆ ਕੀ ਹੈ। ਤੁਹਾਨੂੰ ਇੱਕ ਆਈਡੀਆ ਹੋਣਾ ਚਾਹੀਦਾ ਵੀ ਹਾਂ ਇਹ ਜੋ ਵੀ ਲਿਖਿਆ ਹੈ ਕਿਸ ਚੀਜ਼ ਬਾਰੇ ਲਿਖਿਆ, ਰਾਈਟ। ਬਿਲਕੁਲ ਹੀ ਵੀਕ ਗ੍ਰਾਮਰ ਤੁਹਾਡੀ ਨਹੀਂ ਹੋਣੀ ਚਾਹੀਦੀ, ਅਦਰਵਾਈਜ਼ ਤੁਹਾਨੂੰ ਹੈਲਪ ਚਾਹੀਦੀ ਹੈ ਗ੍ਰਾਮਰ ਦੇ ਵਿੱਚ। ਅਤੇ ਇਹ ਕੁਛ ਹੋਰ ਚੀਜ਼ਾਂ ਜਿਹੜੀਆਂ ਤੁਹਾਨੂੰ ਘਰ 'ਚ ਚਾਹੀਦੀਆਂ, ਲਾਈਕ ਤੁਹਾਡੇ ਕੋਲ ਲੈਪਟਾਪ ਜਾਂ ਫੋਨ ਹੋਣਾ ਚਾਹੀਦਾ, ਜਾਂ ਕੰਪਿਊਟਰ PC ਹੋਵੇ, ਬਹੁਤ ਵਧੀਆ ਇੰਟਰਨੈਟ ਐਕਸੈਸ ਹੋਵੇ ਉਹਦੇ 'ਤੇ, ਰਾਈਟ, ਤਾਂ ਕਿ ਤੁਸੀਂ YouTube ਚੈਨਲ ਵਗੈਰਾ ਦੇਖ ਸਕੋ, ਹੋਰ ਵੈਬਸਾਈਟਸ ਜਿਹੜੀਆਂ ਉਹ ਸਰਚ ਕਰ ਸਕੋ। ਤੁਹਾਡੇ ਕੋਲ ਪ੍ਰਿੰਟਰ ਤੁਹਾਡੇ ਘਰੇ ਹੋਵੇ, ਜਾਂ ਤੁਹਾਡੇ ਨੇੜੇ ਤੇੜੇ ਕੋਈ ਪ੍ਰਿੰਟਿੰਗ ਦੀ ਜਿਹੜੀ ਫੈਸਿਲਿਟੀ ਅਵੇਲੇਬਲ ਹੋਵੇ, ਠੀਕ ਹੈ। ਤੁਹਾਡੇ ਕੋਲ ਹੈੱਡਫੋਨਸ ਹੋਣੇ ਚਾਹੀਦੇ ਆ, everyone have nowadays, ਠੀਕ ਹੈ। ਅਤੇ ਤੁਹਾਨੂੰ ਜਿਹੜੀਆਂ ਹੈ ਬੁੱਕਸ ਵਗੈਰਾ ਜਾਂ ਮਟੀਰੀਅਲ ਔਨਲਾਈਨ ਡਾਊਨਲੋਡ ਕਰਨਾ ਪਊਗਾ, ਰਾਈਟ। ਸੋ ਇਹ ਜਿਹੜੀ ਵੀਡੀਓ ਹੈ ਇਹਦੇ ਵਿੱਚ ਬੇਸਿਕਲੀ ਮੈਂ ਕੀ ਕਰੂੰਗੀ, IELTS ਇੰਸਟੀਟਿਊਟ 'ਚ ਕਿੱਦਾਂ ਕਰਾਇਆ ਜਾਂਦਾ ਹੈ, ਕਿਉਂਕਿ ਮੈਂ ਖੁਦ IELTS ਬਹੁਤ ਪ੍ਰੈਸਟੀਜੀਅਸ IELTS ਇੰਸਟੀਟਿਊਟਸ ਦੇ ਵਿੱਚ ਪੜ੍ਹਾਇਆ ਹੋਇਆ। ਸੋ ਉੱਥੇ ਕਿੱਦਾਂ ਕਰਦੇ ਆ ਅਤੇ ਤੁਸੀਂ ਘਰੇ ਕਿੱਦਾਂ ਕਰ ਸਕਦੇ ਹੋ ਪ੍ਰਿਪੇਅਰ, ਤਾਂ ਦੋਵਾਂ ਚੀਜ਼ਾਂ ਨੂੰ ਨਾਲ ਮੈਂ ਕੰਪੇਅਰ ਕਰੂੰਗੀ। ਸੋ ਫਸਟ ਆਫ ਆਲ IELTS ਦੇ ਵਿੱਚ ਹੁੰਦਾ ਕੀ ਹੈ, 4 ਮੋਡਿਊਲਸ ਹੁੰਦੇ ਆ, ਲਿਸਨਿੰਗ, ਰੀਡਿੰਗ, ਸਪੀਕਿੰਗ ਐਂਡ ਰਾਈਟਿੰਗ। ਜਿਨ੍ਹਾਂ ਨੇ ਥੋੜ੍ਹਾ ਬਹੁਤ ਕੀਤਾ ਉਹਨਾਂ ਨੂੰ ਪਤਾ ਹੋਊਗਾ, ਜਿਹੜੇ ਬਿਲਕੁਲ ਹੀ ਲੇ ਪਰਸਨ ਆ ਤਾਂ ਉਹਨਾਂ ਨੂੰ ਮੈਂ ਦੱਸ ਰਹੀ ਹਾਂ ਕਿ 4 ਮੋਡਿਊਲਸ ਹੁੰਦੇ ਆ। ਫਸਟ ਆਫ ਆਲ ਲਿਸਨਿੰਗ 'ਚ ਕੀ ਹੁੰਦਾ ਹੈ, ਤੁਹਾਨੂੰ ਲਿਸਨਿੰਗ ਦੀ ਇੱਕ ਕੁਐਸਚਨ ਪੇਪਰ ਦਿੱਤਾ ਜਾਂਦਾ ਜਿਹੜਾ ਕਿ ਰਾਈਟ ਹੈਂਡ ਸਾਈਡ 'ਤੇ ਦਿਖਾਇਆ ਗਿਆ। ਇਹ ਫਸਟ ਸ਼ੀਟ ਹੈ ਕੁਐਸਚਨ ਪੇਪਰ ਦੀ। ਲਿਸਨਿੰਗ ਜਿਹੜੀ ਹੋਊਗੀ ਉਹ 30 ਮਿੰਟ ਦੀ ਹੋਊਗੀ, ਜਿਹਦੇ ਵਿੱਚ ਕਿ ਤੁਹਾਨੂੰ ਆਡੀਓ ਸੁਣਾਈ ਜਾਊਗੀ, ਅਤੇ ਆਡੀਓ ਸੁਣ ਕੇ ਤੁਸੀਂ ਜਿਹੜੇ ਆ ਕੁਐਸਚਨਸ ਦਿਖਾਏ ਗਏ ਜਿਵੇਂ 1 2 3 4 ਇਹਨਾਂ ਨੂੰ ਆਨਸਰ ਕਰਨਾ ਹੋਊਗਾ ਸੁਣ ਕੇ, ਠੀਕ ਹੈ। ਤੁਸੀਂ ਇੱਕ ਵਾਰੀ ਆਪਦੀ ਜਿਹੜੀ ਕੁਐਸਚਨ ਪੇਪਰ ਵਾਲੀ ਸ਼ੀਟ ਹੈ ਇਹਦੇ 'ਤੇ ਆਨਸਰਸ ਨੋਟ ਡਾਊਨ ਕਰੋਗੇ। ਫਿਰ ਤੁਹਾਨੂੰ 10 ਮਿੰਟਸ ਅਲੱਗ ਤੋਂ ਦਿੱਤੇ ਜਾਣਗੇ ਆਪਦੇ ਆਨਸਰਸ ਨੂੰ
ट्रांसफर करन लई मतलब कि लिखण लई, ठीक है। ਤਾਂ ਟੋਟਲ 40 ਕੁਐਸਚਨਸ ਹੋਣਗੇ ਜਿਨ੍ਹਾਂ ਦਾ ਤੁਸੀਂ ਆਨਸਰ ਕਰਨਾ ਹੋਊਗਾ। ਅਤੇ ਰਾਈਟ ਹੈਂਡ ਸਾਈਡ ਦੇ ਵਿੱਚ ਦੇਖੋ ਦਿਖਾਇਆ ਗਿਆ, ਇਹ ਲਿਸਨਿੰਗ ਸ਼ੀਟ ਹੈ, ਇਹਦੇ ਵਿੱਚ ਤੁਸੀਂ ਆਨਸਰਸ ਨੂੰ ਟਰਾਂਸਫਰ ਕਰੋਗੇ, ਰਾਈਟ। ਤਾਂ ਹੁਣ ਆਪਾਂ ਦੇਖਦੇ ਹਾਂ ਕਿ ਇੰਸਟੀਟਿਊਟਸ ਦੇ ਵਿੱਚ ਕੀ ਕੀਤਾ ਜਾਂਦਾ ਹੈ। ਇੰਸਟੀਟਿਊਟ 'ਚ ਅਗਰ ਤੁਸੀਂ ਜਾਓਗੇ ਤਾਂ ਪਹਿਲੇ ਦਿਨ ਉਹ ਕੀ ਕਰਨਗੇ, ਤੁਹਾਨੂੰ ਲਿਸਨਿੰਗ ਬਾਰੇ ਕੁਛ ਬੇਸਿਕ ਚੀਜ਼ਾਂ ਦੱਸੀਆਂ ਜਾਣਗੀਆਂ। ਅਤੇ ਆਹ ਜਿਹੜੀਆਂ ਉਹ ਬੇਸਿਕ ਚੀਜ਼ਾਂ ਦੱਸਣਗੇ ਉਹਦੀਆਂ ਵੀਡੀਓਜ਼ ਯੂਟਿਊਬ 'ਤੇ ਵਾਧੂ ਪਈਆਂ, ਠੀਕ ਹੈ। ਅਤੇ ਉਸ ਤੋਂ ਬਾਅਦ ਉਹ ਤੁਹਾਨੂੰ ਹੋ ਸਕਦਾ ਕੁਐਸਚਨ ਦੀਆਂ ਟਾਈਪਸ ਦੱਸ ਦੇਣ ਕਿ ਆਹ ਤਰ੍ਹਾਂ ਦੇ ਕੁਐਸਚਨਸ ਆਉਂਦੇ ਆ ਲਿਸਨਿੰਗ ਦੇ ਵਿੱਚ। ਹੋ ਸਕਦਾ ਤੁਹਾਨੂੰ ਟਿਪਸ ਅਤੇ ਟ੍ਰਿਕਸ ਦੱਸ ਦੇਣ ਵੀ ਆਹ ਟਾਈਪ ਦੇ ਕੁਐਸਚਨ ਨੂੰ ਕਿੱਦਾਂ ਕਰਨਾ ਹੈ, ਠੀਕ ਹੈ। ਤਾਂ ਉਹ ਸਾਰੀਆਂ ਟਿਪਸ ਟ੍ਰਿਕਸ ਤੁਹਾਨੂੰ ਫਸਟ ਡੇ ਦੱਸੀਆਂ ਜਾਣਗੀਆਂ ਅਤੇ ਇਹ ਸਾਰੀਆਂ ਵੀਡੀਓਜ਼ ਤੁਹਾਨੂੰ ਯੂਟਿਊਬ ਤੋਂ ਮਿਲ ਜਾਣਗੀਆਂ, ਰਾਈਟ। ਤਾਂ ਐਂਡ 'ਤੇ ਮੈਂ ਤੁਹਾਨੂੰ ਸੁਜੈਸ਼ਨਸ ਵੀ ਦਊਂਗੀ ਵੀ ਕਿੰਨਾਂ ਨੂੰ ਫੋਲੋ ਕਰਨਾ, ਬਿਕੋਜ਼ ਬਹੁਤ ਸਾਰੇ ਯੂਟਿਊਬ ਚੈਨਲਸ ਹੈ, ਹਰੇਕ ਨੂੰ ਫੋਲੋ ਨਹੀਂ ਕਰਨਾ ਗਾ। ਦੇਰ ਆਰ ਸਮ ਸਪੈਸੀਫਿਕ ਟੀਚਰਸ ਹੂ ਆਰ ਵੈਲ ਰਿਪਿਊਟਡ ਐਂਡ ਦੇ ਆਰ ਵੈਲ ਐਜੂਕੇਟਡ, ਉਹਨਾਂ ਨੂੰ ਤੁਸੀਂ ਫੋਲੋ ਕਰਨਾ ਹੈ, ਰਾਈਟ। ਉਹ ਐਂਡ ਦੇ ਵਿੱਚ ਮੈਂ ਤੁਹਾਨੂੰ ਦੱਸੂੰਗੀ। ਅਤੇ ਪਹਿਲੇ ਦਿਨ ਟਿਪ ਟ੍ਰਿਕਸ ਦੱਸ ਕੇ ਉਹ ਤੁਹਾਨੂੰ ਕੀ ਕਰਨਗੇ, ਨੈਕਸਟ ਡੇ ਤੁਹਾਡੇ ਨਾਲ ਲਿਸਨਿੰਗ ਕਰਨਗੇ, ਰਾਈਟ। ਜਿਵੇਂ ਤੁਸੀਂ ਸੁਣੋਗੇ, ਆਨਸਰ ਨੋਟ ਡਾਊਨ ਕਰੋਗੇ। ਫਸਟ ਸੈਕਸ਼ਨ ਕੀਤਾ, ਲੈਟਸ ਸਪੋਜ਼ 4 ਸੈਕਸ਼ਨ ਹੁੰਦੇ ਆ ਲਿਸਨਿੰਗ ਦੇ ਵਿੱਚ, ਤਾਂ ਫਸਟ ਸੈਕਸ਼ਨ ਤੋਂ ਬਾਅਦ ਉਹ ਤੁਹਾਡੇ ਨਾਲ ਲਿਸਨਿੰਗ ਕਰਨਗੇ, ਤੁਹਾਡੀਆਂ ਡਾਊਟਸ ਕਲੀਅਰ ਕਰ ਦੇਣਗੇ। ਤਾਂ ਉਹ ਮੈਨੂੰ ਲੱਗਦਾ 5 ਤੋਂ 6 ਦਿਨ ਉਹ ਤੁਹਾਡੇ ਨਾਲ ਲਿਸਨਿੰਗ ਕਰਨਗੇ, ਰਾਈਟ। ਦੈਨ ਉਸ ਤੋਂ ਬਾਅਦ ਤੁਸੀਂ ਖੁਦ ਲਿਸਨਿੰਗ ਕਰਨੀ ਹੈ। ਕੋਈ ਬੋਦਰ ਨਹੀਂ ਕਰਦਾ ਇੰਸਟੀਟਿਊਟਸ ਦੇ ਵਿੱਚ, ਕਿਉਂਕਿ ਉਹਨਾਂ ਕੋਲ ਟਾਈਮ ਹੁੰਦਾ ਹੈ 5 ਘੰਟੇ, ਰਾਈਟ। 5 ਘੰਟਿਆਂ ਦੇ ਵਿੱਚ ਉਹਨਾਂ ਨੇ ਚਾਰੋਂ ਮੋਡਿਊਲਸ ਕਰਾਉਣੇ ਹੁੰਦੇ ਆ, ਪਲੱਸ ਉਹ ਕੁਛ ਇੰਸਟੀਟਿਊਟਸ 'ਤੇ ਡਿਪੈਂਡ ਹੈ, ਕੁਛ ਐਕਸਟਰਾ ਵੀ ਦੇ ਦਿੰਦੇ ਆ, ਜਿਵੇਂ ਕੋਈ ਆਡੀਓ ਸੁਣਾਤੀ, ਕੋਈ ਵੀਡੀਓ ਦਿਖਾਤੀ, ਉਹ ਵੀ ਉਹਦੇ ਵਿੱਚ ਹੀ ਹੁੰਦੀ ਹੈ। ਤਾਂ ਚਾਰੋਂ ਮੋਡਿਊਲਸ ਉਹ ਕਰਾਉਂਦੇ, ਤਾਂ ਲਿਸਨਿੰਗ ਦੇ ਡਾਊਟਸ ਕਵਰ ਅਪ ਕਰਨੇ ਬਹੁਤ ਔਖੇ ਹੁੰਦੇ ਆ, ਤਾਂ ਉਹ ਸਕਿਪ ਕਰ ਦਿੰਦੇ ਆ ਜਨਰਲੀ। ਤਾਂ ਲਿਸਨਿੰਗ ਤੁਸੀਂ ਆਪ ਹੀ ਕਰਨੀ ਹੁੰਦੀ ਹੈ। ਉਹ ਤੁਹਾਨੂੰ ਵੱਧ ਤੋਂ ਵੱਧ ਆਹ ਦੇਖੋ ਰਾਈਟ ਹੈਂਡ ਸਾਈਡ 'ਤੇ ਜਿਹੜੀ ਟੇਪ ਸਕ੍ਰਿਪਟ ਦਿੱਤੀ ਹੋਈ ਹੈ, ਇਹ ਉਹੀ ਚੀਜ਼ ਲਿਖੀ ਹੋਈ ਹੈ ਜੋ ਕਿ ਤੁਹਾਨੂੰ ਸੁਣਾਈ ਜਾ ਰਹੀ ਹੈ, ਰਾਈਟ। ਤਾਂ ਤੁਹਾਨੂੰ ਕੀ ਕਰਨਗੇ, ਇੱਕ ਵਾਰੀ ਤੁਸੀਂ ਲਿਸਨਿੰਗ ਕਰੋਗੇ, ਫਿਰ ਤੁਹਾਨੂੰ ਆਨਸਰ ਚੈੱਕ ਕਰਾ ਦੇਣਗੇ, ਜਿਹੜੀਆਂ ਤੁਹਾਡੀਆਂ ਡਾਊਟਸ ਹੋਣਗੀਆਂ। ਫਿਰ ਉਹ ਕੀ ਕਰਨਗੇ, ਜੇ ਐਂਡ 'ਤੇ ਟਾਈਮ ਬਚੂਗਾ ਤਾਂ ਤੁਹਾਨੂੰ ਉਹੀ ਜਿਹੜੀ ਰਿਕਾਰਡਿੰਗ ਹੈ ਦੁਬਾਰਾ ਪਲੇ ਕਰ ਦੇਣਗੇ ਅਤੇ ਤੁਹਾਨੂੰ ਆਹ ਟੇਪ ਸਕ੍ਰਿਪਟ ਦੇ ਦੇਣਗੇ ਵੀ ਤੁਸੀਂ ਆਪੇ ਸੁਣ ਕੇ ਆਪੇ ਆਨਸਰਸ ਨੂੰ ਸਰਚ ਕਰੋ, ਰਾਈਟ। ਮੋਸਟ ਆਫ ਦ ਸਟੂਡੈਂਟਸ ਉਹ ਆਪੇ ਹੀ ਕਰਦੇ ਆ, ਕੋਈ ਵਿੱਚੋਂ ਇੱਕ ਅੱਧਾ ਵਿਰਲਾ ਹੁੰਦਾ। ਜੇ 40 ਸਟੂਡੈਂਟਸ ਹੈ ਕਲਾਸ 'ਚ, ਇੱਕ ਅੱਧਾ ਹੁੰਦਾ ਜਿਹੜਾ ਆ ਕੇ ਪੁੱਛਦਾ ਕਿ ਹਾਂ ਮੇਰੀ ਆਹ ਡਾਊਟ ਕਲੀਅਰ ਨਹੀਂ ਹੋਇਆ, ਅਦਰਵਾਈਜ਼ ਸਟੂਡੈਂਟਸ ਡੂ ਨਾਟ ਬੋਦਰ, ਰਾਈਟ। ਤਾਂ ਇਹ ਤੁਸੀਂ ਖੁਦ ਘਰੇ ਕਰ ਸਕਦੇ ਹੋ। ਟਿਪਸ ਟ੍ਰਿਕਸ ਦੇ ਸਟਾਰਟਿੰਗ 'ਚ ਤੁਹਾਨੂੰ ਵੀਡੀਓਜ਼ ਜਿਹੜੀਆਂ ਉਹ ਸਰਚ ਕਰਨੀਆਂ ਪੈਣਗੀਆਂ, ਖੁਦ ਆਪਦੇ ਵੱਲੋਂ ਐਫਰਟਸ ਕਰਨੇ ਪੈਣਗੇ, ਰਾਈਟ। ਅੱਜ ਕੱਲ੍ਹ ਬਹੁਤ ਸਾਰਾ ਫ੍ਰੀ ਮਟੀਰੀਅਲ ਅਵੇਲੇਬਲ ਹੈਗਾ ਔਨਲਾਈਨ। ਸੋ ਤੁਸੀਂ ਕਿਵੇਂ ਕਰ ਸਕਦੇ ਹੋ, ਸਭ ਤੋਂ ਪਹਿਲਾਂ ਤੁਸੀਂ ਆਇਡੈਂਟੀਫਾਈ ਕਰੋਗੇ ਟਾਈਪ ਆਫ ਕੁਐਸਚਨਸ ਨੂੰ, ਜਿਹੜੀ ਤੁਹਾਨੂੰ ਮੈਂ ਬੁੱਕ ਦੱਸੂੰਗੀ ਐਂਡ 'ਤੇ ਡਾਊਨਲੋਡ ਕਰਨ ਲਈ, ਉਹਨੂੰ ਪ੍ਰਿੰਟ ਕਰਾਉਂਗੇ, ਰਾਈਟ। ਫਿਰ ਉਸ ਤੋਂ ਬਾਅਦ ਲਿਸਨਿੰਗ ਉਹਦੇ ਵਿੱਚੋਂ ਲੈ ਕੇ ਪਹਿਲਾਂ ਦੇਖੋਗੇ ਕਿਸ ਤਰ੍ਹਾਂ ਦੇ ਕੁਐਸਚਨਸ ਆਏ ਵੇ ਆ, ਠੀਕ ਹੈ। ਫਿਰ ਉਸ ਤੋਂ ਬਾਅਦ ਕੀ ਕਰੋਗੇ, ਤੁਸੀਂ ਯੂਟਿਊਬ ਵੀਡੀਓਜ਼ ਦੇਖੋਗੇ ਟਿਪਸ ਟ੍ਰਿਕਸ ਦੇਖਣ ਵਾਸਤੇ, ਹਰ ਟਾਈਪ ਦੀ, ਕਿਵੇਂ ਹਰ ਟਾਈਪ ਨੂੰ ਕੀਤਾ ਜਾ ਸਕਦਾ ਹੈ, ਠੀਕ ਹੈ। ਅਤੇ ਉਸ ਤੋਂ ਬਾਅਦ ਤੁਸੀਂ ਉਹ ਟ੍ਰਿਕਸ ਨੂੰ ਟਰਾਈ ਕਰੋਗੇ, ਰਾਈਟ। ਫਿਰ ਉਸ ਤੋਂ ਬਾਅਦ ਤੁਸੀਂ ਆਪਦੀਆਂ ਵੀ ਟ੍ਰਿਕਸ ਜਿਹੜੀਆਂ ਉਹ ਬਿਲਡ ਕਰੋਗੇ, ਕਿਉਂਕਿ ਹਰ ਬੰਦੇ ਦੀ ਵੱਖਰਾ ਜਿਹੜਾ ਹੈ ਉਹਦਾ ਯੂਨੀਕ ਮਾਈਂਡ ਸੈੱਟ ਹੁੰਦਾ ਹੈ, ਤਾਂ ਉਸ ਹਿਸਾਬ ਨਾਲ ਉਹ ਆਪਦੇ ਹਿਸਾਬ ਨਾਲ ਕਰਦਾ ਹਰ ਬੰਦਾ, ਰਾਈਟ। ਸੋ ਬਸ ਲਿਸਨਿੰਗ ਦੇ ਵਿੱਚ ਇੱਕ ਚੀਜ਼ ਬਹੁਤ ਜ਼ਿਆਦਾ ਜ਼ਰੂਰੀ ਹੈ, ਉਹ ਹੈਗੀ ਹੈ ਜੀ ਕੰਸਨਟ੍ਰੇਸ਼ਨ। ਕੰਸਨਟ੍ਰੇਸ਼ਨ ਇਜ਼ ਦ ਕੀ। ਤੁਸੀਂ ਧਿਆਨ ਨਾਲ ਸੁਣ ਲਿਆ ਤਾਂ ਤੁਸੀਂ ਆਨਸਰ ਕਰ ਦੋਗੇ, ਅਗਰ ਉਹ ਸਕਿਪ ਹੋ ਗਿਆ ਤਾਂ ਕੁਛ ਨਹੀਂ ਕੀਤਾ ਜਾ ਸਕਦਾ, ਤੁਹਾਡਾ ਪੁਆਇੰਟ ਜਿਹੜਾ ਹੈ, ਤੁਹਾਡੇ ਬੈਂਡ ਜਿਹੜੇ ਆ ਉਹ ਲੂਜ਼ ਹੋ ਜਾਣਗੇ, ਰਾਈਟ। ਸੋ ਆਪਦੀਆਂ ਟ੍ਰਿਕਸ ਆਪ ਬਣਾਇਓ, ਠੀਕ ਹੈ। ਐਂਡ ਕੀ ਪ੍ਰੈਕਟਿਸ ਕਰੋ ਵੱਧ ਤੋਂ ਵੱਧ। ਅਗਰ ਤੁਹਾਨੂੰ ਲਿਸਨਿੰਗ 'ਚ ਦਿੱਕਤ ਆ ਰਹੀ ਹੈ ਤਾਂ ਤੁਸੀਂ ਕੀ ਕਰ ਸਕਦੇ ਹੋ, ਤੁਸੀਂ ਕੋਈ ਆਡੀਓਜ਼ ਇੰਗਲਿਸ਼ ਦੇ ਵਿੱਚ ਸਬ ਟਾਈਟਲਸ ਦੇ ਨਾਲ ਸੁਣਨਾ ਸ਼ੁਰੂ ਕਰ ਸਕਦੇ ਹੋ ਯੂਟਿਊਬ ਤੋਂ, ਰਾਈਟ। ਤਾਂ ਕਿ ਤੁਹਾਨੂੰ ਸੁਣ ਕੇ ਸਮਝ ਆਉਣ ਦੀ ਜਿਹੜੀ ਐਬਿਲਿਟੀ ਆ ਉਹ ਤੁਹਾਡੀ ਡਿਵੈਲਪ ਹੋਵੇ, ਰਾਈਟ। ਹੁਣ ਗੱਲ ਕਰਦੇ ਹਾਂ ਜੀ ਰੀਡਿੰਗ ਦੀ। ਰੀਡਿੰਗ ਦੇ ਵਿੱਚ ਤੁਹਾਨੂੰ ਕੁਐਸਚਨ ਪੇਪਰ ਦਿੱਤਾ ਜਾਊਗਾ, ਜਿਹਦੇ ਵਿੱਚ ਕਿ 3 ਸੈਕਸ਼ਨਸ ਹੋਣਗੇ। ਇੱਕ ਸੈਕਸ਼ਨ ਦੇ ਵਿੱਚ 10 ਤੋਂ 11 ਕੁਐਸਚਨ ਹੋਣਗੇ, ਰਾਈਟ। 9 ਵੀ ਹੋ ਸਕਦੇ, 10 ਵੀ, 11 ਵੀ, ਇਟ ਡਿਪੈਂਡਸ। ਉਸ ਤੋਂ ਬਾਅਦ ਜਿਵੇਂ ਕਿ ਰਾਈਟ ਹੈਂਡ ਸਾਈਡ 'ਤੇ ਕੁਐਸਚਨ ਪੇਪਰ ਦਿੱਤਾ ਹੈ, ਪੈਸੇਜ ਹੈ, ਫਿਰ ਉਸ ਤੋਂ ਬਾਅਦ ਕੁਐਸਚਨਸ ਦਿੱਤੇ ਹੁੰਦੇ ਆ ਹਰ ਪੈਸੇਜ ਤੋਂ ਬਾਅਦ। 3 ਪੈਸੇਜ ਜਿਹੜੇ ਆ ਟੋਟਲ ਹੋਣਗੇ। ਤੁਹਾਨੂੰ 60 ਮਿੰਟਸ ਦਿੱਤੇ ਜਾਣਗੇ, 40 ਕੁਐਸਚਨ ਹੋਣਗੇ ਟੋਟਲ। ਅਤੇ ਇਹਦੇ ਵਿੱਚ ਜਿਹੜੇ 60 ਮਿੰਟਸ ਹੈ, ਇਹਦੇ ਵਿੱਚ ਹੀ ਟਾਈਮ ਹੋਊਗਾ ਟਰਾਂਸਫਰ ਕਰਨ ਦਾ, ਅਲੱਗ ਤੋਂ ਨਹੀਂ ਮਿਲੂਗਾ ਜਿਵੇਂ ਕਿ ਲਿਸਨਿੰਗ ਦੇ ਵਿੱਚ ਮਿਲਦਾ ਹੁੰਦਾ ਸੀਗਾ। ਤਾਂ ਇਹ ਸ਼ੀਟ ਹੋਊਗੀ, ਇਹਦੇ 'ਤੇ ਤੁਸੀਂ ਟਰਾਂਸਫਰ ਕਰਨਾ ਹੋਊਗਾ। ਮੇਕ ਸ਼ੋਰ ਕਿ ਰਾਈਟ ਸਾਈਡ 'ਤੇ ਤੁਸੀਂ ਟਰਾਂਸਫਰ ਕਰੋ, ਜਿਵੇਂ ਰੀਡਿੰਗ ਵਾਲੇ ਪਾਸੇ ਹੀ ਟਰਾਂਸਫਰ ਕੀਤਾ ਜਾਵੇ, ਲਿਸਨਿੰਗ ਵਾਲੇ ਪਾਸੇ ਨਾ ਕੀਤਾ ਜਾਵੇ ਗਲਤੀ ਨਾਲ। ਸੋ ਇੰਸਟੀਟਿਊਟਸ ਦੇ ਵਿੱਚ ਕੀ ਕਰਦੇ ਆ, ਪਹਿਲਾਂ ਉਹ ਸਾਰੀਆਂ ਟਾਈਪਸ ਤੁਹਾਨੂੰ ਕਰਾਉਣਗੇ,
ਰਾਈਟ, ਜਿਵੇਂ ਫਿਲਅਪਸ ਹੋ ਗਏ, ਹੈਡਿੰਗਸ ਹੋ ਗਈਆਂ, ਤਾਂ ਇੱਕ ਦਿਨ 'ਚ ਹੋ ਸਕਦਾ ਤੁਹਾਨੂੰ 2 ਜਾਂ 3 ਟਾਈਪਸ ਜਿਹੜੀਆਂ ਉਹ ਕਰਾਈਆਂ ਜਾਣਗੀਆਂ, ਤੁਹਾਨੂੰ ਸਮਝਾਏ ਜਾਣਗੇ ਕੁਐਸਚਨ ਸਾਰੇ, ਹੈ ਨਾ, ਵੀ ਇੱਦਾਂ ਲੱਭਣੇ ਆ। ਟਿਪਸ ਟ੍ਰਿਕਸ ਤੁਹਾਨੂੰ ਹਰ ਟਾਈਪ ਦੇ ਹਿਸਾਬ ਨਾਲ ਦੱਸੀਆਂ ਜਾਣਗੀਆਂ। ਫਿਰ ਉਸ ਤੋਂ ਬਾਅਦ ਇਹ ਹੋ ਜਾਊਗਾ 5 ਤੋਂ 6 ਦਿਨਾਂ ਦੇ ਵਿੱਚ। ਫਿਰ ਉਸ ਤੋਂ ਬਾਅਦ ਉਹ ਤੁਹਾਨੂੰ ਕੀ ਕਰਨਗੇ, ਸ਼ੀਟ ਦੇਣਗੇ ਰੀਡਿੰਗ ਦੀ, ਤਾਂ ਕਿ ਤੁਸੀਂ 1 ਘੰਟੇ ਦੇ ਵਿੱਚ ਉਹਨੂੰ ਖੁਦ ਸੋਲਵ ਕਰ ਸਕੋ। ਫਿਰ ਉਹ ਤੁਹਾਡੇ ਆਨਸਰਸ ਚੈੱਕ ਕਰਾਉਣਗੇ। ਫਿਰ ਜਿਹੜੀਆਂ ਤੁਹਾਡੀ 40 ਕੁਐਸਚਨਸ ਦੇ ਵਿੱਚ ਮੰਨ ਲਓ 10 12 15 ਜੋ ਵੀ ਡਾਊਟਸ ਹੋਈਆਂ ਉਹ ਤੁਹਾਡੀਆਂ ਕਲੀਅਰ ਕੀਤੀਆਂ ਜਾਣਗੀਆਂ, ਰਾਈਟ। ਸੋ ਔਨਲਾਈਨ ਤੁਸੀਂ ਕਿੱਦਾਂ ਕਰ ਸਕਦੇ ਹੋ? ਸਭ ਤੋਂ ਪਹਿਲਾਂ ਉਹੀ ਆਇਡੈਂਟੀਫਾਈ ਕਰੋਗੇ ਸਾਰੇ ਕੁਐਸਚਨ ਦੀਆਂ ਟਾਈਪਸ। ਪਹਿਲਾਂ ਸ਼ੀਟ ਨੂੰ ਪ੍ਰਿੰਟ ਕਰਾ ਲਿਓ ਬੁੱਕ ਦੇ ਵਿੱਚੋਂ। ਫਿਰ ਉਸ ਤੋਂ ਬਾਅਦ ਸਾਰੇ ਕੁਐਸਚਨ ਦੀਆਂ ਜਿਹੜੀਆਂ ਟਾਈਪਸ ਹੈ ਉਹ ਦੇਖਿਓ ਕਿੰਨੀਆਂ ਟਾਈਪਸ ਹੈ। ਫਿਰ ਹਰ ਟਾਈਪ ਦੀ ਜਿਹੜੀ ਟਿਪ ਟ੍ਰਿਕਸ ਉਹ ਦੇਖ ਲਿਓ ਇੰਟਰਨੈਟ ਤੋਂ, ਯੂਟਿਊਬ ਤੋਂ, ਠੀਕ ਹੈ, ਖੁਦ ਕਰਕੇ ਦੇਖਿਓ ਉਹਨਾਂ ਨੂੰ। ਲੋਕੇਸ਼ਨ ਕਿੱਦਾਂ ਲੱਭਣੀ ਹੈ ਕੁਐਸਚਨਸ ਦੀ, ਇਹਦੀਆਂ ਟਿਪ ਟ੍ਰਿਕਸ ਜਿਹੜੀਆਂ ਉਹ ਤੁਸੀਂ ਔਨਲਾਈਨ ਸਰਚ ਕਰ ਸਕਦੇ ਹੋ, ਵੀਡੀਓਜ਼ ਦੇਖ ਸਕਦੇ ਹੋ, ਰਾਈਟ, ਉਹਨਾਂ ਨੂੰ ਟਰਾਈ ਕਰ ਸਕਦੇ ਹੋ। ਦੈਨ ਕਦੇ ਵੀ ਇਕੱਲੀਆਂ ਜਿਹੜੀਆਂ ਟ੍ਰਿਕਸ ਹੈ ਜਾਂ ਇਕੱਲੇ ਜਿਹੜੇ ਟਿਪਸ ਹੈ ਉਹ ਕਦੇ ਕੰਮ ਨਹੀਂ ਕਰਦੇ, ਕਿਉਂਕਿ ਤੁਹਾਡੀ ਐਟ ਦ ਐਂਡ ਤੁਹਾਡੀ ਜਿਹੜੀ ਰੀਡਿੰਗ ਸਪੀਡ ਹੈ ਜਾਂ ਤੁਹਾਡੀ ਅੰਡਰਸਟੈਂਡਿੰਗ ਹੈ ਉਹ ਬਹੁਤ ਮੈਟਰ ਕਰਦੀ ਹੈ, ਰਾਈਟ। ਤਾਂ ਤੁਸੀਂ ਇਹ ਟਿਪਸ ਦੇ ਨਾਲ ਨਾਲ ਤੁਸੀਂ ਆਪਦੀ ਰੀਡਿੰਗ ਸਪੀਡ ਨੂੰ ਵੀ ਐਨਹੈਂਸ ਕਰਨਾ ਹੈ। ਕੋਈ ਬੁੱਕ ਵਗੈਰਾ ਨਾਲ ਰੀਡ ਕਰ ਸਕਦੇ ਹੋ। ਤੁਸੀਂ ਇਹ ਦੇਖ ਸਕਦੇ ਹੋ ਕਿ ਤੁਹਾਨੂੰ ਰੀਡ ਕਰਨ ਦੇ ਨਾਲ ਤੁਹਾਨੂੰ ਸਮਝ ਵੀ ਆਉਂਦਾ ਰਹੇ, ਮਾਈਂਡ ਦੇ ਵਿੱਚ ਪ੍ਰੋਸੈਸ ਹੁੰਦਾ ਰਹੇ, ਰਾਈਟ, ਅਤੇ ਅੰਡਰਸਟੈਂਡ ਹੁੰਦੀ ਰਹੇ। ਤਾਂ ਉਹ ਸਪੀਡ ਅਗਰ ਤੁਹਾਡੀ ਰੀਡਿੰਗ ਦੀ ਵੱਧ ਗਈ, ਸਕਿਮ ਸਕੈਨ ਦੀ ਸਪੀਡ ਵੱਧ ਗਈ, ਤਾਂ ਤੁਹਾਡੀ ਰੀਡਿੰਗ ਇੰਪਰੂਵ ਹੋ ਜੂਗੀ। ਤਾਂ ਕਦੇ ਵੀ ਟ੍ਰਿਕਸ ਇਕੱਲੀਆਂ ਨਹੀਂ ਲਾਗੂ ਕਰਨੀਆਂ, ਤੁਸੀਂ ਨਾਲ ਆਹ ਜਿਹੜੀ ਆਪਣੀ ਰੀਡਿੰਗ ਸਪੀਡ ਆ ਅਤੇ ਅੰਡਰਸਟੈਂਡਿੰਗ ਜਿਹੜੀ ਆ ਉਹ ਵੀ ਇੰਪਰੂਵ ਕਰਨੀ ਹੈ, ਰਾਈਟ। ਅਤੇ ਤੁਸੀਂ ਆਪਦੀਆਂ ਵੀ ਟ੍ਰਿਕਸ ਜਿਹੜੀਆਂ ਉਹ ਬਣਾ ਸਕਦੇ ਹੋ, ਕਿਉਂਕਿ ਐਜ਼ ਆਈ ਸੈਡ ਇਨ ਲਿਸਨਿੰਗ, ਹਰ ਬੰਦੇ ਦਾ ਕੋਗਨੀਟਿਵ ਲੈਵਲ ਡਿਫਰੈਂਟ ਹੈਗਾ, ਠੀਕ ਹੈ। ਹਰ ਬੰਦੇ ਨੂੰ ਡਿਫਰੈਂਟ ਟਾਈਪ ਆਫ ਕੁਐਸਚਨ ਦੇ ਵਿੱਚ ਡਾਊਟ ਆ ਸਕਦੀ ਹੈ, ਔਖਾ ਲੱਗ ਸਕਦਾ ਹੈ। ਤਾਂ ਜਦੋਂ ਵੀ ਸਟੂਡੈਂਟ ਆਪਦੀ ਡਾਊਟ ਕਲੀਅਰ ਕਰ ਲੈਂਦਾ ਹੈ, ਰਾਈਟ, ਫਿਰ ਉਸ ਤੋਂ ਬਾਅਦ ਉਹ ਦੇਖੇ ਕਿ ਇਹ ਡਾਊਟ ਕਿਉਂ ਆਈ, ਮੈਂ ਕਿੱਦਾਂ ਸੋਚਿਆ ਸੀ, ਮੈਨੂੰ ਕਿੱਦਾਂ ਸੋਚਣਾ ਚਾਹੀਦਾ ਸੀ, ਰਾਈਟ। ਤਾਂ ਉਸ ਹਿਸਾਬ ਨਾਲ ਉਹ ਨੈਕਸਟ ਟਾਈਮ ਜਦੋਂ ਉਹੀ ਟਾਈਪ ਆਫ ਕੁਐਸਚਨ ਜਦੋਂ ਕਰਨ ਲੱਗਦਾ ਹੈ ਤਾਂ ਕੁਛ ਡਿਫਰੈਂਟ ਕਰੇ, ਠੀਕ ਹੈ, ਡਿਫਰੈਂਟ ਵੇ ਨਾਲ ਉਸ ਕੁਐਸਚਨ ਨੂੰ ਟਰਾਈ ਕਰੇ, ਰਾਈਟ। ਸੋ ਜੇ ਤੁਹਾਨੂੰ ਡਾਊਟ ਆਉਂਦੀ ਹੈ ਰੀਡਿੰਗ ਦੇ ਵਿੱਚ, ਲੈਟਸ ਸਪੋਜ਼ ਤੁਸੀਂ ਘਰੇ ਬੈਠ ਕੇ ਰੀਡਿੰਗ ਕਰ ਰਹੇ ਹੋ, 40 ਕੁਐਸਚਨਸ ਆ, 10 ਡਾਊਟਸ ਤੁਹਾਨੂੰ ਆਈਆਂ ਉਹਦੇ ਵਿੱਚ, ਰਾਈਟ। ਤੁਸੀਂ ਕੀ ਕਰ ਸਕਦੇ ਹੋ, ਤੁਸੀਂ ਉਹ ਬੁੱਕ ਦਾ ਨੇਮ ਲਿਖ ਕੇ ਸੋਲਿਊਸ਼ਨ ਪਾ ਸਕਦੇ ਹੋ ਗੂਗਲ 'ਤੇ, ਠੀਕ ਹੈ, ਸਰਚ ਕਰ ਸਕਦੇ ਹੋ ਉਹਦੇ ਸੋਲਿਊਸ਼ਨ, ਕੁਐਸਚਨ ਨੰਬਰ ਦੇ ਸੋਲਿਊਸ਼ਨ ਵੀ ਅੱਜ ਕੱਲ੍ਹ ਲੋਕਾਂ ਨੇ ਪਾਏ ਹੋਏ ਆ, ਲੋਕੇਸ਼ਨਸ ਵੀ ਗੂਗਲ 'ਤੇ ਪਾਈਆਂ ਹੋਈਆਂ ਹਰ ਬੁੱਕ ਦੀ, ਹਰ ਰੀਡਿੰਗ ਦੀ, ਠੀਕ ਹੈ। ਸੋ ਉਹ ਤੁਸੀਂ ਔਨਲਾਈਨ ਸਰਚ ਕਰ ਸਕਦੇ ਹੋ। ਯੂਟਿਊਬ 'ਤੇ ਵੀ ਲੋਕਾਂ ਨੇ ਰੀਡਿੰਗਸ ਨੂੰ ਐਕਸਪਲੇਨ ਕੀਤਾ ਹੋਇਆ, ਉਹ ਕਰ ਸਕਦੇ ਹੋ। ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਕਰਾਂ, ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ ਜਾਂ ਕਮੈਂਟ ਸੈਕਸ਼ਨ ਦੇ ਵਿੱਚ ਪਾ ਸਕਦੇ ਹੋ ਕਿ ਹਾਂ ਮੈਨੂੰ ਇਸ ਕੁਐਸਚਨ 'ਚ ਡਾਊਟ ਆ। ਤੁਹਾਡੀਆਂ ਡਾਊਟਸ ਲੈ ਕੇ ਮੈਂ ਉਹਦੀਆਂ ਵੀਡੀਓਜ਼ ਬਣਾ ਕੇ ਪਾ ਦੂੰਗੀ ਐਂਡ ਯੂ ਕੈਨ ਗੈਟ ਦੈਮ ਕਲੀਅਰਡ, ਰਾਈਟ। ਜਾਂ ਤੁਸੀਂ ਔਨਲਾਈਨ ਸਰਵਿਸ ਬਾਏ ਕਰ ਸਕਦੇ ਹੋ ਕਿਸੇ ਦੀ ਵੀ, ਠੀਕ ਹੈ, ਜਿਹੜੀ ਕਿ ਤੁਹਾਨੂੰ ਰੀਡਿੰਗ ਦੀਆਂ ਡਾਊਟਸ ਤੁਹਾਡੀਆਂ ਕਲੀਅਰ ਕਰ ਦੇਣ। ਯੂ ਕੈਨ ਟੇਕ ਮਾਈ ਸਰਵਿਸ ਐਜ਼ ਵੈਲ, ਰਾਈਟ। ਅਤੇ ਕਲੀਅਰ ਕਰਨ ਤੋਂ ਬਾਅਦ ਐਨਾਲਾਈਜ਼ ਕਰੋ ਕਿੱਥੇ ਲੈਕ ਕਰ ਰਹੇ ਹੋ, ਕਿੱਥੇ ਗਲਤੀ ਆਈ ਆ, ਤਾਂ ਉਹ ਉਸ ਚੀਜ਼ ਨੂੰ ਇੰਪਰੂਵ ਕਰਨ ਦੀ ਜਾਂ ਰੈਕਟੀਫਾਈ ਕਰਨ ਦੀ ਕੋਸ਼ਿਸ਼ ਕਰੋ। ਆਪਣਾ ਮਾਈਂਡ ਸੈੱਟ ਬਦਲੋ। ਹਰ ਵਾਰੀ ਮੈਂ ਸਟੂਡੈਂਟਸ ਨੂੰ ਕਹਿੰਦੀ ਹੁੰਦੀ ਹਾਂ ਕਿ ਅਗਰ ਹਰ ਵਾਰੀ ਜਦੋਂ ਤੁਸੀਂ ਰੀਡਿੰਗ ਕਰਦੇ ਹੋ, ਟਰਾਈ ਸਮਥਿੰਗ ਡਿਫਰੈਂਟ, ਰਾਈਟ। ਹਰ ਵਾਰੀ ਇੱਕੋ ਏਜੰਡਾ, ਇੱਕੋ ਮਾਈਂਡ ਸੈੱਟ ਦੇ ਨਾਲ ਰੀਡਿੰਗ ਨਾ ਕਰੋ, ਉਹਦਾ ਰਿਜ਼ਲਟ ਸੇਮ ਹੀ ਆਊਗਾ। ਟਰਾਈ ਟੂ ਚੇਂਜ ਸਮਥਿੰਗ ਐਵਰੀ ਟਾਈਮ ਯੂ ਡੂ ਨਿਊ ਰੀਡਿੰਗ, ਰਾਈਟ। ਫਿਰ ਹੀ ਤੁਹਾਡੀ ਇੰਪਰੂਵਮੈਂਟ ਹੋਊਗੀ। ਟਰਾਈ ਕਰਿਆ ਕਰੋ ਅਲੱਗ-ਅਲੱਗ ਚੀਜ਼ਾਂ ਨੂੰ, ਠੀਕ ਹੈ। ਉਸ ਤੋਂ ਬਾਅਦ ਕੀ, ਪ੍ਰੈਕਟਿਸਿੰਗ, ਲਿਸਨਿੰਗ, ਰੀਡਿੰਗ, ਦੋਨਾਂ 'ਚ ਬਹੁਤ ਜ਼ਿਆਦਾ ਪ੍ਰੈਕਟਿਸ ਚਾਹੀਦੀ ਹੁੰਦੀ ਹੈ ਇਫ ਯੂ ਵਾਂਟ ਟੂ ਇੰਪਰੂਵ। ਇੱਕ ਦਿਨ 'ਚ ਇੱਕ ਹੀ ਰੀਡਿੰਗ, ਜ਼ਿਆਦਾ ਰੀਡਿੰਗਸ ਨਹੀਂ। ਇੱਕ ਰੀਡਿੰਗ ਕਰੋ, ਡਾਊਟਸ ਨੂੰ ਐਨਾਲਾਈਜ਼ ਕਰੋ, ਦੇਖੋ ਕਿਉਂ ਗਲਤੀ ਹੋਈ, ਉਹਦੇ 'ਤੇ ਸੋਚੋ, ਰਾਈਟ, ਫਿਰ ਇੰਪਰੂਵਮੈਂਟ ਹੋਊਗੀ। ਲੈਟਸ ਮੂਵ ਔਨ ਟੂ ਸਪੀਕਿੰਗ ਨਾਓ। ਸਪੀਕਿੰਗ ਦੇ ਵਿੱਚ ਤੁਹਾਡੀ ਇੰਟਰਵਿਊ ਹੁੰਦੀ ਆ, ਜਿਹਦੇ ਵਿੱਚ 11 to 14 ਜਿਹੜੇ ਮਿੰਟਸ ਹੈ ਉਹ ਲੱਗਦੇ ਆ। ਇਹਦੇ 'ਚ 3 ਪਾਰਟਸ ਹੁੰਦੇ ਆ। ਪਹਿਲਾਂ ਉਹ ਕੁਝ ਇੰਟਰੋਡਕਟਰੀ ਕੁਐਸਚਨ ਪੁੱਛਦੇ ਆ ਜਿਹੜੇ ਕਿ ਤੁਹਾਡੇ ਆਪ ਦੇ ਬਾਰੇ ਹੁੰਦੇ ਆ, ਜਿਵੇਂ ਕਿ ਵਟ ਕਾਈਂਡ ਆਫ ਜੀਨਸ ਯੂ ਲਾਈਕ ਟੂ ਵੇਅਰ, ਵਟ ਕਾਈਂਡ ਆਫ ਹੇਅਰ ਸਟਾਈਲ ਯੂ ਲਾਈਕ, ਰਾਈਟ। ਫਿਰ ਉਸ ਤੋਂ ਬਾਅਦ ਤੁਹਾਨੂੰ ਕਿਊ ਕਾਰਡ ਦਿੱਤਾ ਜਾਂਦਾ ਹੈ, ਜਿਹਦੇ 'ਤੇ ਕਿ ਤੁਸੀਂ 1 ਮਿੰਟ ਪ੍ਰਿਪੇਅਰ ਕਰਨਾ ਹੁੰਦਾ ਅਤੇ 2 ਮਿੰਟ ਬੋਲਣਾ ਹੁੰਦਾ ਹੈ। ਕਿਊ ਕਾਰਡ ਕੋਈ ਵੀ ਕੁਐਸਚਨ ਦਿੱਤਾ ਜਾਂਦਾ ਹੈ, ਉਹਦੇ ਕੁਛ ਹਿੰਟਸ ਵੀ ਦਿੱਤੇ ਜਾਂਦੇ ਕੁਐਸਚਨ ਦੇ ਕਿ ਤੁਸੀਂ ਇਹਨਾਂ ਚੀਜ਼ਾਂ 'ਤੇ ਬੋਲ ਸਕਦੇ ਹੋ, ਰਾਈਟ। ਫਿਰ ਉਸ ਤੋਂ ਬਾਅਦ ਫੋਲੋਅਪਸ ਹੁੰਦੇ ਆ, ਜਿਹਦੇ 'ਚ ਕਿ ਫਿਰ ਕੁਐਸਚਨਸ ਪੁੱਛੇ ਜਾਂਦੇ ਆ ਜਿਹੜੇ ਕਿ ਤੁਹਾਡੇ ਕਿਊ ਕਾਰਡ ਨਾਲ ਰਿਲੇਟਡ ਹੋਣਗੇ ਇਨੀਸ਼ੀਅਲੀ, ਫਿਰ ਹੋ ਸਕਦਾ ਕੁਛ ਹੋਰ ਵੀ ਪੁੱਛ ਸਕਦੇ ਹੋਣ, ਰਾਈਟ। ਇਹ ਤੁਹਾਡੀ ਇੱਕ ਤਰ੍ਹਾਂ ਦੀ ਇੰਟਰਵਿਊ ਹੁੰਦੀ ਹੈ।
ਤਾਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਇੰਸਟੀਟਿਊਟਸ ਦੇ ਵਿੱਚ ਕੀ ਕੀਤਾ ਜਾਂਦਾ ਹੈ। ਇੰਸਟੀਟਿਊਟ 'ਚ ਪਹਿਲੇ 3-4 ਦਿਨ ਤੁਹਾਨੂੰ ਦੱਸਿਆ ਜਾਂਦਾ ਹੈ ਕਿ ਸਪੀਕਿੰਗ ਕੀ ਹੁੰਦੀ ਆ, ਇੰਟਰੋਡਕਟਰੀ ਕੁਐਸਚਨਸ 'ਚ ਕਿੱਦਾਂ ਉਹਨਾਂ ਨੂੰ ਆਨਸਰ ਕਰਨਾ ਹੈ, ਕਿੱਦਾਂ ਦੇ ਕੁਐਸਚਨਸ ਹੁੰਦੇ ਆ, ਕਿਹੜੀਆਂ ਗਲਤੀਆਂ ਨਹੀਂ ਕਰਨੀਆਂ, ਕਿਹੜੀਆਂ ਚੀਜ਼ਾਂ ਕਰਨੀਆਂ, ਕਿਊ ਕਾਰਡ ਫਿਰ ਕਿੱਦਾਂ ਤੁਸੀਂ ਉਹਨੂੰ ਪ੍ਰਿਪੇਅਰ ਕਰ ਸਕਦੇ ਹੋ, ਅਤੇ ਕਿਊ ਕਾਰਡ ਕਿਵੇਂ ਬੋਲਣਾ ਹੈ, ਠੀਕ ਹੈ। 2 ਮਿੰਟ ਲਗਾਤਾਰ ਕਿਵੇਂ ਬੋਲ ਸਕਦੇ ਹੋ। ਫਿਰ ਫੋਲੋਅਪ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਕਿੱਦਾਂ ਦੇ ਕੁਐਸਚਨ ਹੋਣਗੇ ਅਤੇ ਕਿਵੇਂ ਤੁਸੀਂ ਉਹਨਾਂ ਨੂੰ ਆਨਸਰ ਕਰਨਾ ਹੈ, ਰਾਈਟ। ਤਾਂ ਇਹ ਸਾਰਾ ਕੁਛ ਪਹਿਲੇ 4 ਤੋਂ 5 ਦਿਨਾਂ ਦੇ ਵਿੱਚ ਤੁਹਾਨੂੰ ਦੱਸ ਦੇਣਗੇ। ਫਿਰ ਉਹ 6ਵੇਂ ਜਾਂ 7ਵੇਂ ਦਿਨ ਤੁਹਾਡੀ ਇੰਟਰਵਿਊ ਲੈਣੀ, ਸਪੀਕਿੰਗ ਲੈਣੀ ਸ਼ੁਰੂ ਕਰ ਦੇਣਗੇ, ਜਿਹਦੇ 'ਚ ਕਿ ਉਹ ਤੁਹਾਨੂੰ ਸਪੀਕਿੰਗ ਲੈ ਕੇ ਉਸ ਤੋਂ ਬਾਅਦ ਤੁਹਾਨੂੰ ਤੁਹਾਡੀਆਂ ਗਲਤੀਆਂ ਦੱਸਣਗੇ, ਤੁਹਾਨੂੰ ਦੱਸਣਗੇ ਕਿ ਤੁਸੀਂ ਕਿੱਦਾਂ ਇੰਪਰੂਵ ਕਰ ਸਕਦੇ ਹੋ, ਅਤੇ ਤੁਸੀਂ ਵੀ ਉਹਨਾਂ ਤੋਂ ਕੁਐਸਚਨਸ ਪੁੱਛ ਸਕਦੇ ਹੋ। ਤਾਂ ਥਰੂ ਆਊਟ ਅਗਰ ਤੁਸੀਂ ਲਾਈਕ 4 ਮੰਥਸ ਦੀ ਟ੍ਰੇਨਿੰਗ ਲੈ ਰਹੇ ਹੋ ਤਾਂ ਥਰੂ ਆਊਟ ਇਹੀ ਪ੍ਰੋਸੀਜਰ ਜਿਹੜਾ ਉਹ ਚੱਲਦਾ ਰਹਿੰਦਾ ਹੈ, ਰਾਈਟ। ਤਾਂ ਹੁਣ ਤੁਸੀਂ ਘਰੇ ਕਿੱਦਾਂ ਤਿਆਰੀ ਕਰ ਸਕਦੇ ਹੋ, ਇਹਦੇ ਵਿੱਚ ਤੁਹਾਨੂੰ ਔਨਲਾਈਨ ਸਪੀਕਿੰਗ ਇਵੈਲੂਏਸ਼ਨ ਸਰਵਿਸ ਚਾਹੀਦੀ ਹੈ। ਘਰੇ ਤੁਹਾਨੂੰ ਕੋਈ ਚਾਹੀਦਾ ਹੈ ਜਿਹੜਾ ਕਿ ਤੁਹਾਨੂੰ ਦੱਸ ਸਕੇ ਕਿ ਤੁਹਾਡੀ ਕੀ ਗਲਤੀ ਹੈ। ਤਾਂ ਤੁਸੀਂ ਔਨਲਾਈਨ ਸਪੀਕਿੰਗ ਇਵੈਲੂਏਸ਼ਨ ਸਰਵਿਸਿਜ਼ ਅੱਜ ਕੱਲ੍ਹ ਅਵੇਲੇਬਲ ਹੈ, ਬਹੁਤ ਲੋਕੀ ਦੇ ਰਹੇ ਆ, ਠੀਕ ਹੈ। ਬਟ ਇਹ ਤੁਸੀਂ ਡਿਸਾਈਡ ਕਰਨਾ ਹੈ ਕਿ ਬੈਸਟ ਕਿਹੜੇ ਆ ਅਤੇ ਕਿੱਥੋਂ ਤੁਸੀਂ ਲੈਣੀ ਹੈ। ਮੈਂ ਵੀ ਤੁਹਾਨੂੰ ਐਂਡ 'ਤੇ ਸੁਜੈਸਟ ਕਰੂੰਗੀ, ਰਾਈਟ। ਤਾਂ ਉਹ ਇੱਦਾਂ ਦੀ ਸਪੀਕਿੰਗ ਵੈਲੂਏਸ਼ਨ ਸਰਵਿਸ ਲੈਣੀ ਹੈ ਜਿਹੜੀ ਕਿ ਤੁਹਾਨੂੰ ਡਿਟੇਲਡ ਫੀਡਬੈਕ ਦੇਣ, ਤੁਹਾਨੂੰ ਹਰ ਗਲਤੀ ਦੱਸਣ ਤੁਹਾਡੀ, ਠੀਕ ਹੈ। ਏਰੀਆਜ਼ ਦੱਸਣ ਵੀ ਤੁਸੀਂ ਕਿੱਥੇ ਇੰਪਰੂਵ ਕਰਨਾ। ਏਰੀਆਜ਼ ਦਾ ਮਤਲਬ ਇਹ ਹੈ ਕਿ ਜਦੋਂ ਵੀ ਜਿਹੜੀ ਸਪੀਕਿੰਗ ਹੁੰਦੀ ਆ ਉਹਦੇ ਵਿੱਚ ਬੈਂਡ ਡਿਸਕ੍ਰਿਪਟਰਸ ਹੁੰਦੇ ਆ। ਬੈਂਡ ਡਿਸਕ੍ਰਿਪਟਰਸ ਮਤਲਬ ਜਿਹੜੀ ਚੀਜ਼ ਕਿ ਐਗਜ਼ਾਮੀਨਰ ਨੂੰ ਤੁਹਾਡੇ ਤੋਂ ਚਾਹੀਦੀ ਹੈ, ਰਾਈਟ। ਤਾਂ 4 ਬੈਂਡ ਡਿਸਕ੍ਰਿਪਟਰਸ ਹੁੰਦੇ ਆ। ਉਹਦੀ ਮੈਂ ਇੱਕ ਵੀਡੀਓ ਬਣਾਈ ਹੋਈ ਆ, ਬਟ ਉਹ ਇੰਗਲਿਸ਼ ਦੇ ਵਿੱਚ ਆ। ਅਗਰ ਤੁਸੀਂ ਚਾਹੁੰਦੇ ਹੋ ਕਿ ਉਹ ਪੰਜਾਬੀ ਦੇ ਵਿੱਚ ਬਣਾਵਾਂ, ਮੈਂ ਪੰਜਾਬੀ 'ਚ ਐਕਸਪਲੇਨ ਕਰਾਂ ਹਰ ਇੱਕ ਗੱਲ, ਤਾਂ ਤੁਸੀਂ ਕਮੈਂਟ ਸੈਕਸ਼ਨ 'ਚ ਕਮੈਂਟ ਕਰ ਸਕਦੇ ਹੋ। ਉਹੀ ਵੀਡੀਓ ਪੰਜਾਬੀ 'ਚ ਬਣਾ ਦੇਵਾਂਗੀ ਮੈਂ। ਅਤੇ ਤੁਸੀਂ ਇਵੈਲੂਏਸ਼ਨ ਸਰਵਿਸ ਲੈ ਸਕਦੇ ਹੋ, ਅਤੇ ਜੋ ਤੁਹਾਨੂੰ ਐਡਵਾਈਸ ਦਿੱਤੀ ਜਾਊਗੀ ਉੱਤੇ ਇੰਪਰੂਵ ਤੁਸੀਂ ਖੁਦ ਕਰਨਾ ਹੈ। ਇੰਸਟੀਟਿਊਟ 'ਚ ਵੀ ਖੁਦ ਹੀ ਇੰਪਰੂਵ ਕਰਨਾ ਹੁੰਦਾ ਅਤੇ ਘਰੇ ਬੈਠ ਕੇ ਵੀ ਖੁਦ ਹੀ ਕਰਨਾ। ਬਸ ਤੁਸੀਂ ਇੱਕ ਸਰਵਿਸ ਲੈਣੀ ਹੈ ਔਨਲਾਈਨ, ਰਾਈਟ। ਇਸੇ ਤਰ੍ਹਾਂ ਰਾਈਟਿੰਗ ਜਿਹੜੀ ਹੈ, ਰਾਈਟਿੰਗ ਦੇ ਵਿੱਚ ਤੁਹਾਨੂੰ 1 ਘੰਟਾ ਦਿੱਤਾ ਜਾਂਦਾ ਹੈ, ਜਿਹਦੇ 'ਚ ਕਿ 2 ਟਾਸਕ ਤੁਸੀਂ ਲਿਖਣੇ ਹੁੰਦੇ ਆ। ਪਹਿਲਾ ਟਾਸਕ 20 ਮਿੰਟਸ ਦਾ ਹੁੰਦਾ ਹੈ। ਜੇ ਤਾਂ ਤੁਸੀਂ ਐਕੈਡੈਮਿਕ ਆਇਲਸ ਦੇ ਰਹੇ ਹੋ, ਜਿਹੜੀ ਕਿ ਸਟੱਡੀ ਬੇਸਿਸ 'ਤੇ ਬੱਚੇ ਜਾਂਦੇ ਆ, ਉਹਦੇ ਵਿੱਚ ਰਿਪੋਰਟ ਆਊਗੀ ਇੱਕ, ਠੀਕ ਹੈ। ਜੇ ਤੁਸੀਂ ਜਨਰਲ ਆਇਲਸ ਦੇ ਰਹੇ ਹੋ, ਜਿਵੇਂ ਕਿ PR ਵਾਸਤੇ ਜਾਂ ਵਰਕ ਵੀਜ਼ਾ 'ਤੇ ਲੋਕੀ ਜਾਂਦੇ, ਉਹਦੇ ਵਿੱਚ ਇੱਕ ਲੈਟਰ ਆਊਗੀ, ਅਤੇ ਇਹ ਤੁਸੀਂ 20 ਮਿੰਟਸ ਦੇ ਵਿੱਚ ਲਿਖਣਾ ਹੋਊਗਾ, ਰਾਈਟ। ਉਸ ਤੋਂ ਬਾਅਦ 40 ਮਿੰਟਸ ਦੇ ਵਿੱਚ ਇੱਕ ਐਸੇ ਆਊਗਾ, ਉਹ ਤੁਸੀਂ ਲਿਖਣਾ, ਅਤੇ ਟੋਟਲ 1 ਆਵਰ ਇਹ 'ਤੇ ਲੱਗਦਾ ਹੈ, ਰਾਈਟ। ਤਾਂ ਇਹਨੂੰ ਇੰਸਟੀਟਿਊਟਸ ਦੇ ਵਿੱਚ ਕਿੱਦਾਂ ਕਰਾਇਆ ਜਾਂਦਾ, ਪਹਿਲਾਂ ਉਹ ਸਾਰੇ ਜਿਹੜੀਆਂ ਐਸੇ ਦੀਆਂ ਟਾਈਪਸ ਅਤੇ ਜਿਹੜੇ ਰਿਪੋਰਟਸ ਆ ਇਹਦੀ ਟਾਈਪਸ ਜਿਹੜੀਆਂ ਉਹ ਦੱਸਦੇ ਆ। ਇਹਦੇ 'ਚ 15 ਤੋਂ 16 ਦਿਨ ਲੱਗਦੇ ਆ, ਠੀਕ ਹੈ। ਹਰ ਟਾਈਪ ਤੁਸੀਂ ਕਿੱਦਾਂ ਕਰਨੀ ਹੈ, ਟਿਪਸ ਟ੍ਰਿਕਸ ਸਾਰਾ ਕੁਛ ਦੱਸਦੇ ਆ। ਫਿਰ ਉਸ ਤੋਂ ਬਾਅਦ ਉਹ ਤੁਹਾਨੂੰ ਟਾਸਕ ਕਰਾਉਣਗੇ, ਜਿਵੇਂ ਇੱਕ ਦਿਨ 15ਵੇਂ 16ਵੇਂ ਦਿਨ ਤੋਂ ਬਾਅਦ ਉਹ ਕੀ ਕਰਨਗੇ, 17ਵੇਂ 18ਵੇਂ ਦਿਨ ਤੁਹਾਨੂੰ ਕੁਐਸਚਨ ਦੇਣਗੇ, ਉਹਦੇ 'ਤੇ ਡਿਸਕਸ਼ਨ ਹੋਊਗੀ ਕਲਾਸ ਦੇ ਵਿੱਚ। ਘਰੇ ਜਾ ਕੇ ਤੁਸੀਂ ਲਿਖੋਗੇ, ਫਿਰ ਨੈਕਸਟ ਡੇ ਤੁਸੀਂ ਉਹਨੂੰ ਚੈੱਕ ਕਰਾਉਂਗੇ, ਰਾਈਟ। ਤਾਂ ਔਨਲਾਈਨ ਤੁਸੀਂ ਕਿੱਦਾਂ ਪ੍ਰਿਪੇਅਰ ਕਰ ਸਕਦੇ ਹੋ। ਔਨਲਾਈਨ ਪਹਿਲਾਂ ਤੁਸੀਂ ਵੀਡੀਓਜ਼ ਦੇਖ ਸਕਦੇ ਹੋ ਹਰ ਟਾਈਪ ਦੀ। ਪਹਿਲਾਂ ਤੁਸੀਂ ਗੂਗਲ 'ਤੇ ਸਰਚ ਕਰਿਓ ਕਿ ਕਿੰਨੇ ਤਰ੍ਹਾਂ ਦੀ ਟਾਈਪ ਹੁੰਦੀ ਹੈ, ਰਾਈਟ। ਹਰ ਟਾਈਪ ਨੂੰ ਦੇਖਣ ਤੋਂ ਬਾਅਦ ਤੁਸੀਂ ਉਹਦੇ 'ਤੇ ਵੀਡੀਓਜ਼ YouTube 'ਤੇ ਸਰਚ ਕਰਿਓ ਕਿ ਇਸ ਟਾਈਪ ਦੇ ਨੂੰ ਮੈਂ ਕਿੱਦਾਂ ਕਰ ਸਕਦਾ, ਇਸ ਟਾਈਪ ਨੂੰ ਕਿੱਦਾਂ। ਬਟ ਡੂ ਫੋਲੋ ਓਨਲੀ 1 ਟਿਊਟਰ। ਅਲੱਗ-ਅਲੱਗ ਟਿਊਟਰਸ ਕੋਲੋਂ ਨਾ ਕਰਿਓ, ਕਿਉਂਕਿ ਆਇਲਸ ਦਾ ਕੋਈ ਸਿਲੇਬਸ ਨਹੀਂ ਹੈਗਾ। ਹਰ ਟੀਚਰ ਆਪਦੇ ਅਕੋਰਡਿੰਗ ਕਰਾਉਂਦਾ ਹੈ। ਤਾਂ ਇੱਕ ਟੀਚਰ ਤੁਸੀਂ ਚੁਣ ਲੈਣਾ ਹੈ, ਇੱਕ ਇਵੈਲੂਏਸ਼ਨ ਸਰਵਿਸ ਔਨਲਾਈਨ ਜਿਹੜੀ ਆ ਤੁਸੀਂ ਚੁਣ ਲੈਣੀ ਹੈ, ਠੀਕ ਹੈ। ਉਹਨਾਂ ਨੂੰ ਹੀ ਫੋਲੋ ਕਰਨਾ ਜੋ ਤੁਹਾਨੂੰ ਦੱਸਣਗੇ, ਰਾਈਟ। ਅਤੇ ਉਹ ਵੀਡੀਓਜ਼ ਤੁਸੀਂ ਦੇਖ ਸਕਦੇ ਹੋ। ਫਿਰ ਉਸ ਤੋਂ ਬਾਅਦ ਤੁਸੀਂ ਇਵੈਲੂਏਸ਼ਨ ਸਰਵਿਸ ਲੈ ਸਕਦੇ ਹੋ, ਠੀਕ ਹੈ। ਜਾਂ ਤੁਸੀਂ ਸਿਰਫ ਰਾਈਟਿੰਗ ਦੀ ਸਰਵਿਸ ਲੈ ਸਕਦੇ ਹੋ, ਜਿਹਦੇ 'ਚ ਕਿ ਤੁਹਾਨੂੰ ਪਹਿਲਾਂ 10-15 ਦਿਨ ਥੋੜ੍ਹਾ ਜਿਹਾ ਦੱਸਣਗੇ ਕਿ ਕਿੱਦਾਂ ਤੁਸੀਂ ਰਾਈਟਿੰਗ ਕਰਨੀ ਹੈ। ਫਿਰ ਉਸ ਤੋਂ ਬਾਅਦ ਇਵੈਲੂਏਸ਼ਨ ਸਰਵਿਸ ਉਹਨਾਂ ਦੀ ਸ਼ੁਰੂ ਹੋ ਜੂਗੀ, ਤੁਹਾਡੀਆਂ ਰਾਈਟਿੰਗਸ ਨੂੰ ਇਵੈਲੂਏਟ ਕਰਨਾ ਸ਼ੁਰੂ ਕਰ ਦੇਣਗੇ। ਬੇਸਿਕਲੀ ਜਿਹੜੀ ਰਾਈਟਿੰਗ ਆ ਉਹ ਇੰਪਰੂਵ ਹੁੰਦੀ ਹੈ ਫੀਡਬੈਕ ਤੋਂ। ਜਦੋਂ ਤੁਸੀਂ ਕੁਝ ਲਿਖ ਕੇ ਦਿੰਦੇ ਹੋ ਟੀਚਰ ਨੂੰ, ਟੀਚਰ ਉਹਦੇ ਵਿੱਚ ਗਲਤੀਆਂ ਕੱਢ ਕੇ ਤੁਹਾਨੂੰ ਦੱਸਦਾ ਹੈ ਕਿ ਆਹ ਗਲਤੀਆਂ ਹੈ ਅਤੇ ਇੱਦਾਂ ਤੁਸੀਂ ਇੰਪਰੂਵ ਕਰਨਾ ਹੈ। ਉਹਦੇ ਨਾਲ ਤੁਹਾਡੀ ਰਾਈਟਿੰਗ ਜਿਹੜੀ ਹੈ ਇੰਪਰੂਵ ਹੁੰਦੀ, ਜਦੋਂ ਤੁਸੀਂ ਗਲਤੀਆਂ ਨੂੰ ਰੈਕਟੀਫਾਈ ਕਰਦੇ ਹੋ, ਸੋਲਵ ਕਰਦੇ ਹੋ, ਰਾਈਟ। ਤਾਂ ਤੁਸੀਂ ਔਨਲਾਈਨ ਇਵੈਲੂਏਸ਼ਨ ਸਰਵਿਸ ਲੈ ਸਕਦੇ ਹੋ। ਮੈਂ ਵੀ ਦਿੰਦੀ ਹਾਂ, ਜਿਹੜੀ ਕਿ ਬਹੁਤ ਜ਼ਿਆਦਾ ਚੀਪ ਅਤੇ ਅਫੋਰਡੇਬਲ ਹੈ, ਉਹ ਲੈ ਸਕਦੇ ਹੋ। ਜਾਂ ਮੈਂ ਤੁਹਾਨੂੰ ਚੈਨਲਸ ਵੀ ਸੁਜੈਸਟ ਕਰੂੰਗੀ ਐਂਡ 'ਤੇ, ਬਟ ਉਹ ਕਾਫੀ ਮਹਿੰਗੇ ਚੈਨਲ ਹੈ। ਸੋ ਇੱਦਾਂ ਦੀ ਇਵੈਲੂਏਸ਼ਨ ਸਰਵਿਸ ਜਾਂ ਇੱਦਾਂ ਦੀ ਔਨਲਾਈਨ ਰਾਈਟਿੰਗ ਸਰਵਿਸ ਚੂਜ਼ ਕਰਿਓ ਜਿਹੜੀ ਕਿ ਤੁਹਾਨੂੰ ਡਿਟੇਲਡ ਫੀਡਬੈਕ ਦੇਵੇ, ਰਾਈਟ। ਬਹੁਤ ਵਧੀਆ ਫੀਡਬੈਕ ਦੇਵੇ ਅਤੇ ਤੁਹਾਨੂੰ ਦੱਸੇ ਕਿ ਤੁਸੀਂ ਇਹਨਾਂ ਚੀਜ਼ਾਂ 'ਚ ਇੰਪਰੂਵ ਕਰਨਾ ਹੈ, ਰਾਈਟ। ਇਹਦੇ ਵੀ ਬੈਂਡ ਡਿਸਕ੍ਰਿਪਟਰਸ ਹੁੰਦੇ ਆ ਰਾਈਟਿੰਗ ਦੇ।
4 ਜਿਨ੍ਹਾਂ ਦੇ ਬੇਸਿਸ ਤੇ ਤੁਹਾਡੀ ਰਾਈਟਿੰਗ ਨੂੰ ਚੈੱਕ ਕੀਤਾ ਜਾਂਦਾ ਹੈ, ਤਾਂ ਉਹਨਾਂ ਨੂੰ ਸਮਝਣਾ ਬਹੁਤ ਜ਼ਰੂਰੀ ਆ, ਕਿਉਂਕਿ ਤੁਹਾਨੂੰ ਪਤਾ ਹੋਵੇ ਕਿ ਆਇਲਸ ਵਾਲੇ ਕੀ ਤੁਹਾਡੀ ਰਾਈਟਿੰਗ 'ਚ ਦੇਖਣਾ ਚਾਹੁੰਦੇ ਆ। ਤੁਸੀਂ ਉਹ ਚੀਜ਼ ਆਪਦੀ ਰਾਈਟਿੰਗ 'ਚ ਪਾ ਦਿਓ, ਉਹਨਾਂ ਨੂੰ ਦੇ ਦਿਓ, ਤਾਂ ਤੁਹਾਡੇ ਬੈਂਡਸ ਈਜ਼ੀਲੀ ਆ ਜਾਣਗੇ। ਤਾਂ ਉਹਨਾਂ ਚੀਜ਼ਾਂ ਨੂੰ ਸਮਝਣਾ ਬਹੁਤ ਜ਼ਰੂਰੀ ਆ। ਉਹਦੀ ਵੀ ਮੈਂ ਵੀਡੀਓ ਪਾਈ ਹੋਈ ਆ, ਬਟ ਦੈਟ ਇਜ਼ ਇਨ ਇੰਗਲਿਸ਼। ਅਤੇ ਅਗਰ ਤੁਸੀਂ ਚਾਹੁੰਦੇ ਹੋ ਕਿ ਪੰਜਾਬੀ 'ਚ ਹੋਵੇ ਤਾਂ ਕਮੈਂਟ ਕਰ ਦੇਣਾ, ਰਾਈਟ। ਤਾਂ ਬੇਸਿਕਲੀ ਤੁਸੀਂ ਲਿਸਨਿੰਗ ਰੀਡਿੰਗ ਘਰੇ ਹੀ ਕਰ ਸਕਦੇ ਹੋ ਆਪਣੇ ਆਪ। ਰਾਈਟਿੰਗ ਅਤੇ ਸਪੀਕਿੰਗ ਲਈ ਤੁਹਾਨੂੰ ਔਨਲਾਈਨ ਇਵੈਲੂਏਸ਼ਨ ਸਰਵਿਸ ਚਾਹੀਦੀ ਹੋਊਗੀ। ਸੋ these are my suggestions। ਪਹਿਲਾਂ ਤੁਸੀਂ ਕੈਂਬਰਿਜ ਦੀਆਂ 1 to 15 ਬੁੱਕਸ ਡਾਊਨਲੋਡ ਕਰ ਸਕਦੇ ਹੋ। ਹੋਰ ਵੀ ਬਹੁਤ ਸਾਰੇ ਆਥਰਸ ਦੀਆਂ ਬੁੱਕਸ ਹੈ, ਬਟ ਆਈ ਵੁੱਡ ਸੁਜੈਸਟ ਕਿ ਓਫੀਸ਼ੀਅਲ ਵਾਲੀਆਂ ਹੀ ਤੁਸੀਂ ਪ੍ਰੈਕਟਿਸ ਕਰੋ। ਉਸ ਤੋਂ ਬਾਅਦ ਮੱਕੜ ਆਇਲਸ ਦੇ ਸਪੀਕਿੰਗ ਬੁੱਕਲੈਟਸ ਆਉਂਦੇ ਆ, ਰਾਈਟ। ਉਹਦੇ ਵਿੱਚ 60 to 70 ਕਿਊ ਕਾਰਡਸ ਹੁੰਦੇ ਆ। ਉਹਨਾਂ ਕਿਊ ਕਾਰਡਸ 'ਚੋਂ ਹੀ ਤੁਹਾਨੂੰ ਇੱਕ ਕਿਊ ਕਾਰਡ ਆ ਜਾਣਾ ਹੁੰਦਾ ਫਾਈਨਲ ਐਗਜ਼ਾਮ ਦੇ ਵਿੱਚ। ਇੰਟਰੋਡਕਟਰੀ ਵੀ ਉਹਨਾਂ ਦੀ ਨਾਲ ਹੀ ਅਟੈਚ ਹੁੰਦੀ ਹੈ, ਇੰਟਰੋਡਕਟਰੀ ਕੁਐਸਚਨਸ ਫੋਲੋ ਅਪ ਵੀ ਵਿੱਚ ਹੀ ਹੁੰਦੇ ਆ ਉਸੇ ਬੁੱਕਲੈਟ ਦੇ, ਤਾਂ ਉਹ 'ਚੋਂ ਤੁਸੀਂ ਪ੍ਰਿਪੇਅਰ ਕਰਨਾ। ਔਨਲਾਈਨ ਟਿਊਟਰਸ ਜਿਹੜੇ ਮੈਂ ਦੱਸੂਗੀ, ਜਿਹੜੇ ਮੈਂ ਖੁਦ ਟਰਾਈ ਕੀਤੇ ਆ, ਜਿਨ੍ਹਾਂ ਦੀ ਹੈਲਪ ਨਾਲ ਮੈਂ ਬਹੁਤ ਵਧੀਆ ਬੈਂਡ ਲਏ ਆ, ਓਵਰਆਲ 8 ਬੈਂਡ ਲਏ ਆ ਆਇਲਸ ਜਨਰਲ 'ਚੋਂ ਵੀ ਅਤੇ ਐਕੈਡੈਮਿਕਸ 'ਚੋਂ ਵੀ। ਤਾਂ ਉਹ ਹੈਗੇ ਆਇਲਸ ਐਡਵਾਂਟੇਜ ਹੈ, ਉਹਨਾਂ ਦੀ ਵੈਬਸਾਈਟ ਸਰਚ ਕਰੋ, ਉਹਨਾਂ ਦਾ ਫ੍ਰੀ ਮਟੀਰੀਅਲ ਦੇਖੋ। ਸਾਈਮਨ ਹੈ, ਲਿਜ਼ ਹੈ, E2 ਆਇਲਸ ਹੈਗੀ ਆ, ਠੀਕ ਹੈ। ਇਹ ਬਹੁਤ ਵਧੀਆ ਚੈਨਲਸ ਹੈ, ਬਹੁਤ ਵਧੀਆ ਸੁਜੈਸਟਨਸ ਦਿੰਦੇ ਆ, ਬਟ these are little expensive। ਪਰ ਤੁਸੀਂ ਅਗਰ ਘੱਟ ਪੈਸੇ ਲਾਉਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੀ ਸਰਵਿਸ ਲੈ ਸਕਦੇ ਹੋ, ਰਾਈਟ। ਜੇ ਤੁਸੀਂ ਸਿਰਫ ਇਵੈਲੂਏਸ਼ਨ ਵਾਲੀ ਸਰਵਿਸ ਲੈਣੀ ਹੈ ਕਿ ਮੈਂ ਤੁਹਾਡੀ ਸਪੀਕਿੰਗ ਲੈ ਕੇ ਤੁਹਾਨੂੰ ਫੀਡਬੈਕ ਦੇਵਾਂ, ਜਾਂ ਤੁਹਾਡੀ ਤੁਸੀਂ ਮੈਨੂੰ ਰਾਈਟਿੰਗ ਸੈਂਡ ਕਰੋ, ਮੈਂ ਉਹਨੂੰ ਚੈੱਕ ਕਰਕੇ ਤੁਹਾਨੂੰ ਦੱਸਾਂ ਵੀ ਇੱਦਾਂ ਇੰਪਰੂਵ ਕਰੋ, ਤਾਂ ਉਹ ਸਰਵਿਸ ਵੀ ਮਿਲ ਜੂਗੀ। ਅਗਰ ਤੁਸੀਂ ਚਾਹੁੰਦੇ ਹੋ ਕਿ ਮੈਂ ਰਾਈਟਿੰਗ ਦਾ ਤੁਹਾਨੂੰ ਬੇਸਿਕਸ ਵੀ ਦੱਸਾਂ ਪਹਿਲਾਂ ਸਾਰੇ, ਅਤੇ ਸਪੀਕਿੰਗ ਦੇ ਵੀ ਮੈਂ ਸਾਰਾ ਕੁਛ ਡਿਸਕਸ ਕਰਾਂ, ਰਾਈਟ, ਤਾਂ ਉਹ ਵੀ ਸਰਵਿਸ ਤੁਸੀਂ ਮੈਨੂੰ ਲੈ ਸਕਦੇ ਹੋ। ਬਸ ਤੁਹਾਨੂੰ ਈਮੇਲ ਕਰਨੀ ਪੈਣੀ ਹੈ rpiles@gmail.com 'ਤੇ, ਅਤੇ ਤੁਸੀਂ ਮੇਰੀ ਜਿਹੜੀ ਸਰਵਿਸ ਆ ਉਹ ਅਵੇਲ ਕਰ ਸਕਦੇ ਹੋ, ਰਾਈਟ। ਲਿਸਨਿੰਗ ਰੀਡਿੰਗ 'ਚ ਲੋੜ ਨਹੀਂ ਹੈ। ਅਗਰ ਰੀਡਿੰਗ ਦੇ ਵਿੱਚ ਤੁਹਾਨੂੰ ਲੋੜ ਹੈਗੀ ਆ ਤਾਂ ਤੁਸੀਂ ਉਹ ਵੀ ਸਰਵਿਸ ਮੇਰੀ ਲੈ ਸਕਦੇ ਹੋ। ਤੁਹਾਡੇ ਸਾਰੇ ਡਾਊਟਸ ਮੈਂ ਕਲੀਅਰ ਕਰ ਦੂੰਗੀ ਔਨਲਾਈਨ ਹੀ, ਠੀਕ ਹੈ। ਅਤੇ ਬਹੁਤ ਜ਼ਿਆਦਾ ਚੀਪ ਅਤੇ ਅਫੋਰਡੇਬਲ ਹੋਊਗਾ, ਜ਼ਿਆਦਾ ਪੈਸੇ ਨਹੀਂ ਲੱਗਣੇ ਇਹਦੇ ਵਿੱਚ। ਸੋ ਠੀਕ ਹੈ ਜੀ, ਵੀਡੀਓ ਐਂਡ ਕਰਦੀ ਹਾਂ। ਗੁੱਡ ਬਾਏ।